ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਦ ਸਿੰਘ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਸਿਆਸਤ ਜਾਂ ਦੇਸ਼ ਦੀ ਸਿਆਸਤ ਦੇ ਵਿੱਚ ਅੱਜ ਜਿਹੜਾ ਇੱਕ ਵੱਡਾ ਮੁੱਦਾ ਨਵਜੋਤ ਸਿੰਘ ਸਿੱਧੂ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਰਹੇ ਨੇ, ਸਭ ਦੇ ਵਿਚਾਲੇ ਸਾਰੀਆਂ ਪਾਰਟੀਆਂ ਕਹਿੰਦੀਆਂ ਕਿ ਦਲਿਤਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਹੋ ਰਹੀ ਹੈ। ਇਸ ਵਿਚਾਲੇ ਚਰਨਜੀਤ ਸਿੰਘ ਚੰਨੀ ਹੋਣਾ ਦੀਆਂ ਮੁਲਾਕਾਤਾਂ ਦਾ ਦੌਰ, ਹਾਈ ਕਮਾਨ ਨੂੰ ਚਿੱਠੀਆਂ ਲਿਖਣਾ ਤੇ ਉਹਦੇ ਵਿਚਾਲੇ ਰਾਜ ਸਭਾ ਦੇ ਜਿਹੜੇ ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਸ਼ਮਸ਼ੇਰ ਸਿੰਘ ਦੂਲੋ, ਉਹਨਾਂ ਨੇ ਕਿਹਾ ਕਿ ਹੁਣ ਦਲਿਤਾਂ ਦੀ ਯਾਦ ਕਿੱਥੋਂ ਆ ਗਈ। ਮਤਲਬ ਕਿ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਲਿਤ ਪੱਤਾ ਖੇਡ ਕੇ ਇੱਕ ਵਾਰ ਫਿਰ ਤੋਂ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਿ ਦੁਬਾਰਾ ਸੱਤਾ ਦੇ ਵਿੱਚ ਆ ਜਾਈਏ। ਦਲਿਤਾਂ ਦੇ ਲਈ ਆਖਿਰਕਾਰ ਦਲਿਤਾਂ ਦੀ ਤਾਕਤ ਕੀ ਹੈ, ਕੀ ਕੁਝ ਹੁਣ ਤੱਕ ਸਰਕਾਰਾਂ ਨੇ ਕੀਤਾ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੁਣ ਤੱਕ ਨੱਪ ਕੁੱਟ ਕੇ ਰੱਖਿਆ ਗਿਆ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਹਮੀਦ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪੰਜਾਬਿਸਤਾਨ ਟੀਵੀ ਤੇ। ਜੀ ਸ਼ੁਕਰੀਆ। ਹਮੀਦ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਇਸ ਦਲਿਤ ਸਿਆਸਤ ਨੂੰ ਜਿਹੜੀ ਅੱਜ ਪੂਰੀ ਚਰਚਾ ਦੇ ਵਿੱਚ ਹੈ ਪੰਜਾਬ ਦੇ ਵਿੱਚ ਖਾਸ ਕਰ? ਅਸਲ ਦੇ ਵਿੱਚ ਤਾਂ ਇਹੀ ਹੈ ਕਿ ਇਹ ਜੇ ਓਵਰਆਲ ਲਾਈਏ ਤਾਂ ਇਹ ਸਿਆਸਤ ਨਹੀਂ ਰਹੀ, ਜਿਹੜੀ ਇੱਕ ਵਪਾਰ ਬਣ ਗਈ ਹੈ। ਤੇ ਉਹਦੇ ਚੋਂ ਵੀ ਅੱਗੇ ਫਿਰ ਇਹ ਵੋਟ ਬੈਂਕ ਦੀ ਸਿਆਸਤ ਹੋ ਗਈ ਹੈ, ਜਿਹਨੂੰ ਆਪਾਂ ਕਹਿੰਦੇ ਹਾਂ। ਅੱਗੇ ਸਿਆਸਤ ਸੀ ਲੋਕਾਂ ਲਈ ਕੁਰਬਾਨੀ ਕਰਨੀ, ਲੋਕਾਂ ਦੇ ਮੁੱਦੇ ਉਛਾਲਣੇ, ਲੋਕਾਂ ਦੇ ਮੁੱਦੇ ਉਭਾਰ ਕੇ ਲੋਕਾਂ ਨੂੰ ਕੋਈ ਫਾਇਦਾ ਪਹੁੰਚਾਉਣ ਲਈ ਕੁਝ ਨਾ ਕੁਝ ਕੋਸ਼ਿਸ਼ ਕਰਨਾ। ਪੋਲੀਟੀਕਲ ਧਿਰਾਂ ਇਹ ਲੈ ਕੇ ਆਉਂਦੀਆਂ ਸੀ, ਜਿਵੇਂ ਕਦੇ ਅਕਾਲੀ ਦਲ ਬਣਿਆ, ਪੰਥਕ ਪਾਰਟੀ ਵੀ ਸੀ ਤੇ ਗਰੀਬਾਂ ਦੀ ਪਾਰਟੀ ਵੀ ਸੀ। ਗੁਰਬਾਣੀ ਦੇ ਮੁਤਾਬਕ ਕਿ ਗਰੀਬਾਂ ਨੂੰ ਆਪਾਂ ਰਾਜ ਤੇ ਬਿਠਾਉਣਾ ਹੈ ਜਾਂ ਉਸ ਲੈਵਲ ਦਾ। ਇਸੇ ਤਰ੍ਹਾਂ ਖੱਬੇ ਪੱਖੀ ਸੀ, ਇਸੇ ਤਰ੍ਹਾਂ ਵੱਖ-ਵੱਖ ਟਾਈਪ ਦੀਆਂ ਦੂਜੀਆਂ ਪਾਰਟੀਆਂ ਸੀ। ਪਰ ਹੁਣ ਜਿਵੇਂ ਜਿਵੇਂ ਚੱਲਦਾ ਗਿਆ ਅਸਲ ਦੇ ਵਿੱਚ ਦੇਸ਼ ਦੇ ਵਿੱਚ ਇੱਕ ਪ੍ਰੋਸੈਸ, ਉਸ ਸਮੇਂ ਤੋਂ ਬਾਅਦ ਫਿਰ ਵੱਖ-ਵੱਖ ਵਰਗਾਂ ਨੂੰ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਕਿਸੇ ਹੋਰ ਆਧਾਰ ਤੇ ਇੱਕ ਪੱਕੇ ਸਥਾਈ ਵੋਟ ਬੈਂਕ ਦੇ ਰੂਪ ਦੇ ਵਿੱਚ ਕਿਵੇਂ ਨਾਲ ਜੋੜਿਆ ਜਾਵੇ, ਇਹ ਮੇਨ ਗੱਲ ਬਣ ਗਈ। ਔਰ ਇਸੇ ਕਰਕੇ ਜੇਕਰ ਦਲਿਤਾਂ ਦੇ ਉਦਾਰ ਦੀ ਗੱਲ ਕਰੀਏ, ਇਹ ਆਜ਼ਾਦੀ ਤੋਂ ਪਹਿਲਾਂ ਵੀ ਅਸਲ 'ਚ ਡਿਬੇਟ ਰਹੀ ਹੈ ਕਾਫੀ ਹੱਦ ਤੱਕ। ਡਾਕਟਰ ਅੰਬੇਦਕਰ ਨੂੰ ਇਸੇ ਕਰਕੇ ਦਲਿਤਾਂ ਦੇ ਮਸੀਹਾ ਦੇ ਤੌਰ ਤੇ ਯਾਦ ਕੀਤਾ ਗਿਆ ਕਿਉਂਕਿ ਉਹ ਇਹਨਾਂ ਨੇ ਇਹ ਮੁੱਦਾ ਬੜੇ ਸ਼ਿੱਦਤ ਨਾਲ ਉਭਾਰਿਆ। ਉਹਨਾਂ ਨੇ ਕਿਹਾ ਵੀ ਜੇ ਜਾਤ ਪ੍ਰਣਾਲੀ ਐਵੇਂ ਰਹਿੰਦੀ ਹੈ ਤਾਂ ਜਮਹੂਰੀਅਤ ਦੇ ਵਿੱਚ ਵੀ ਨਾ ਪੋਲੀਟੀਕਲੀ, ਨਾ ਆਰਥਿਕ ਤੌਰ ਤੇ ਤੇ ਬਾਕੀ ਮਾਮਲਿਆਂ ਦੇ ਵਿੱਚ ਜਿਹੜਾ ਸਮਾਜ 'ਚ ਬਰਾਬਰੀ ਸੰਭਵ ਨਹੀਂ ਹੈ ਕਿਸੇ ਵੀ ਰੂਪ 'ਚ। ਔਰ ਪਰ ਸਾਡੇ ਇਹ ਸੀਗਾ ਫਿਰ ਜਾਤ ਪਾਤ ਇੱਕ ਪਰਮਾਨੈਂਟ ਤੌਰ ਤੇ ਆਈ, ਉਹਦੇ 'ਚ ਇੱਕ ਰਾਖਵਾਂਕਰਨ ਦੇਤਾ। ਰਾਖਵਾਂਕਰਨ ਦੇ ਕੇ ਇੰਨਾ ਤਾਂ ਹੋਇਆ, ਹਾਲਾਂਕਿ ਪਹਿਲਾਂ ਤਾਂ ਇਹ ਕਿਹਾ ਗਿਆ ਸੀ ਕਿ ਪੋਲੀਟੀਕਲ ਰਾਖਵਾਂਕਰਨ 10 ਸਾਲ ਲਈ ਹੈ, 1960 ਤੱਕ। ਉਦੋਂ ਬਾਅਦ ਇੱਕ ਮਾਹੌਲ ਬਰਾਬਰਤਾ ਦਾ ਬਣ ਜਾਏਗਾ, ਅਸੀਂ ਸਭ ਨੂੰ ਪੜ੍ਹਾ ਵੀ ਦੇਵਾਂਗੇ, ਸਾਰੇ ਬਰਾਬਰੀ ਤੇ ਆ ਜਾਣਗੇ, ਫਿਰ ਇੱਕ ਕੰਪੀਟੀਸ਼ਨ ਹੋਏਗਾ। ਪਰ ਲਗਾਤਾਰ ਇਹ ਉਹ ਡੇਟ ਐਕਸਟੈਂਡ ਹੁੰਦੀ ਆ ਰਹੀ ਹੈ। 70 ਸਾਲਾਂ ਤੋਂ ਉੱਪਰ ਵੀ, 7 ਦਹਾਕਿਆਂ ਤੋਂ ਬਾਅਦ ਵੀ ਹਾਲਤ ਉੱਥੇ ਹੀ ਹੈ। ਔਰ ਜਿਹੜੀ ਰਿਜ਼ਰਵੇਸ਼ਨ ਦੇ ਤਹਿਤ ਟਿਕਟਾਂ ਮਿਲਦੀਆਂ ਨੇ MLA ਦੀਆਂ, MP ਦੀਆਂ ਜਾਂ ਬਾਕੀ ਕਿਤੇ, ਉਹਨਾਂ 'ਚ ਵੀ ਇੱਕ ਸਥਿਤੀ ਇਹ ਦਿਖਾਈ ਦੇ ਰਹੀ ਹੈ ਪਾਰਟੀਆਂ ਦੇ ਅੰਦਰ ਕਿ BSP ਨੂੰ ਛੱਡ ਦਿਓ, ਕਿਉਂਕਿ BSP ਦੇ ਵਿੱਚ ਤਾਂ ਆਈ ਉਹ ਮਾਇਆਵਤੀ ਉਸ ਐਂਗਲ ਤੋਂ ਆ, ਪਰ ਮਾਇਆਵਤੀ ਦਾ ਐਟੀਟਿਊਡ ਵੀ ਸਿੰਗਲ ਬੰਦੇ ਕੇਂਦਰਤ ਹੋ ਗਿਆ। ਉਹ ਦਲਿਤਾਂ ਦੀ ਬਜਾਏ ਕਿ ਸਭ ਨੂੰ ਬਰਾਬਰੀ ਦਾ ਹੱਕ ਦਿੱਤਾ ਜਾਏ। ਪਰ ਬਾਕੀ ਪਾਰਟੀਆਂ ਦੇ ਵਿੱਚ ਤਾਂ ਅੱਜ ਤੱਕ ਇੰਨੇ ਸਾਲਾਂ ਤੋਂ ਕੋਈ ਮਤਲਬ ਦਲਿਤ ਪ੍ਰਧਾਨ ਬਣਨ ਦੀ ਕੋਸ਼ਿਸ਼ ਕਿਸੇ ਨੇ ਉਸ ਰੂਪ 'ਚ ਕੀਤੀ, ਸਿੰਬੋਲਿਕ ਤੌਰ ਤੇ ਕਿਸੇ ਨੇ ਬਣਾਤਾ। ਇੱਕ ਵਾਰ BJP ਨੇ ਵੀ ਬਣਾਇਆ ਇੱਕ ਅੱਧੀ ਵਾਰੀ ਉਹ, ਪਰ ਤਾਕਤਵਰ ਦੇ ਤੌਰ ਤੇ ਜਿਹੜੀ ਇੱਕ ਗੱਲ ਹੁੰਦੀ ਹੈ ਨਾ ਕਿ ਸੱਤਾ ਦੇ ਵਿੱਚ ਹਿੱਸੇਦਾਰੀ ਦੇ ਤੌਰ ਤੇ, ਸੰਗਠਨਾਂ ਦੇ ਵਿੱਚ ਅੰਦਰੂਨੀ ਤੌਰ ਤੇ, ਉਹ ਕਿਸੇ ਨੇ ਨਹੀਂ ਲਿਆਂਦੇ। ਔਰ ਗੱਲਬਾਤ ਇਸੇ ਤਰੀਕੇ ਦੇ ਨਾਲ ਚੱਲਦੀ ਹੈ। ਇਸੇ ਕਰਕੇ ਜਦੋਂ ਸਮਾਜਿਕ ਇੱਕ ਪਾੜਾ ਹੁੰਦਾ ਤਾਂ ਸਿਆਸੀ ਪਾੜਾ ਮਿਟਾਇਆ ਨਹੀਂ ਜਾ ਸਕਦਾ ਉਸ ਤਰੀਕੇ ਦੇ ਨਾਲ। ਜੇ ਮੈਂ ਵੈਸੇ ਵੀ ਗੱਲ ਕਰਾਂ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿ ਵੱਖ-ਵੱਖ ਗੁਰਦੁਆਰੇ ਕਿਉਂ ਬਣੇ ਨੇ? ਕਿਉਂਕਿ ਜਿਹੜਾ ਮੇਨ ਗੁਰਦੁਆਰੇ ਸੀ ਉਹਨਾਂ ਦੀ ਮੈਨੇਜਮੈਂਟ ਕਮੇਟੀਆਂ ਦੇ ਵਿੱਚ ਵੱਖ-ਵੱਖ ਵਰਗਾਂ ਦੀ ਸਮੂਲੀਅਤ ਨਹੀਂ ਸੀ। ਵੱਖ-ਵੱਖ ਡੇਰਿਆਂ ਮਗਰ ਦਲਿਤ ਵਰਗ ਕਿਉਂ ਜਾਂਦਾ ਰਿਹਾ? ਡੇਰਿਆਂ ਮੰਗ ਇਸ ਲਈ ਜਾਂਦਾ ਰਿਹਾ ਕਿਉਂਕਿ ਉਹਦੀ ਸਮੂਲੀਅਤ, ਤੁਸੀਂ ਉਹਨੂੰ ਮਾਨ-ਤਾਨ ਜੋ ਬਣਦਾ ਸੀ ਆਪਣੇ ਆਮ ਸਮਾਜ ਦੇ ਅੰਦਰ, ਉਹ ਨਹੀਂ ਦਿੱਤਾ। ਉਹ ਕਿਤੇ ਹੋਰ ਤਲਾਸ਼ ਕਰਦਾ ਰਿਹਾ ਆਪਣੀ ਜਿਹੜੀ ਅਹਿਮੀਅਤ ਹੈ ਫਿਰ। ਔਰ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਦੇ ਮਾਮਲੇ ਦੇ ਵੀ ਨੇ, ਚਾਹੇ ਉਹ ਯੂਥ ਕਲੱਬ ਹੋਣ, ਚਾਹੇ ਉਹ ਵੱਖ-ਵੱਖ ਟਾਈਪ ਦੇ ਹੋਰ ਸੰਗਠਨ ਸਮਾਜਿਕ ਖੇਤਰ ਦੇ ਹੋਣ, ਉੱਥੇ ਵੀ ਜਿਹੜੀ ਡੋਮੀਨੈਂਟ ਧਿਰ ਹੈ, ਪ੍ਰਭਾਰੂ ਧਿਰ ਹੈ, ਉਹ ਹੋਰ ਟਾਈਪ ਦੀ ਹੈ। ਪਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਕੁਝ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਜਦੋਂ ਬੰਦਾ ਬੈਕਵਰਡ ਰਹਿ ਜਾਂਦਾ ਜਾਂ ਤੁਸੀਂ ਉਹਨੂੰ ਉਸ ਲੈਵਲ ਤੇ ਪੜ੍ਹਾਈ ਲਿਖਾਈ ਤੇ ਨਹੀਂ ਲੈ ਕੇ ਆਉਂਦੇ, ਫਿਰ ਉਹਨਾਂ ਨੂੰ ਕਦੇ ਸਸਤਾ ਰਾਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਅਸੀਂ ਆਟਾ ਦਾਲ, ਜਦੋਂ ਉਦੋਂ 97 ਦੇ ਵਿੱਚ ਕੀਤਾ,
ਹਾਲਾਂਕਿ ਇਹ ਨਹੀਂ ਉਹਨੂੰ ਲੋਕਾਂ ਨੇ ਪਾਪੂਲਰ ਉਹਦੇ ਤੌਰ ਤੇ ਵੀ ਕਿਹਾ, ਖਜ਼ਾਨੇ ਦੀ ਕਰਪਸ਼ਨ ਵੀ ਕਿਹਾ, ਪਰ ਜਦ ਤੁਸੀਂ ਬੰਦਿਆਂ ਨੂੰ ਰੋਟੀ ਕਮਾਉਣ ਜੋਗਾ ਛੱਡਿਆ ਹੀ ਨਹੀਂ ਤਾਂ ਰੋਟੀ ਕਮਾਉਣਾ ਤਾਂ ਉਹਦਾ ਫੰਡਾਮੈਂਟਲ ਰਾਈਟ ਹੈ, ਬੁਨਿਆਦੀ ਹੱਕ ਹੈ, ਉਹਨੂੰ ਰੋਟੀ ਮਿਲਣੀ ਚਾਹੀਦੀ ਹੈ, ਪਰ ਫਿਰ ਤੁਸੀਂ ਉਹਨੂੰ ਵੋਟ ਲਈ ਵਰਤਣਾ ਸ਼ੁਰੂ ਕਰਤਾ। ਇਸੇ ਲਈ ਬੁਢਾਪਾ, ਬਜ਼ੁਰਗਾਂ, ਵਿਧਵਾਵਾਂ ਦੀ ਪੈਨਸ਼ਨ ਨੂੰ ਤੁਸੀਂ ਮਾਮੂਲੀ ਦੇ ਕੇ ਕੇਵਲ ਵੋਟਾਂ ਵਾਲੇ ਦਿਨ ਉਹਨੂੰ ਦੇ ਕੇ ਵੋਟਾਂ ਤੋਂ ਥੋੜਾ ਸਮਾਂ ਪਹਿਲਾਂ ਵੋਟ ਦੇ ਲਈ ਵਰਤੋਂ ਕਰਨੀ ਸ਼ੁਰੂ ਕਰਤੀ। ਜਿਹੜੀ ਸਮਾਜਿਕ ਸੁਰੱਖਿਆ ਦੀ ਇੱਕ ਪਵਿੱਤਰ ਧਾਰਨਾ ਹੈ ਕਿ ਸਮਾਜ ਦੀ ਜ਼ਿੰਮੇਵਾਰੀ ਹੈ, ਉਹ ਨਹੀਂ ਤੁਸੀਂ ਕਾਇਮ ਕੀਤੀ, ਉਸ ਪਾਸੇ ਵੱਲ ਵਰਤਣ ਤੁਰ ਗਏ। ਇਸੇ ਲਈ ਫਿਰ ਹੁਣ ਜਿਵੇਂ ਜਿਵੇਂ ਵੱਧਦਾ ਗਿਆ, ਹੁਣ ਤਾਂ ਪਾਰਟੀਆਂ ਕੋਲ ਬਚਿਆ ਹੀ ਕੁਛ ਨਹੀਂ। ਹੁਣ ਤਾਂ ਜਿਹੜੀ ਕਹਿੰਦੇ ਸੀ ਸੋਸ਼ਲ ਇੰਜੀਨੀਅਰਿੰਗ, ਇੱਕ ਸ਼ਬਦ ਚੱਲਿਆ ਸੀ ਪਹਿਲਾਂ ਕਿ ਮਾਇਆਵਤੀ ਨੇ ਯੂਪੀ 'ਚ ਕੀਤਾ ਵੱਖ-ਵੱਖ। ਤਾਂ ਸੋਸ਼ਲ ਇੰਜੀਨੀਅਰਿੰਗ ਦਾ ਮਤਲਬ ਇਹ ਹੈ ਕਿ ਜਿਹੜੀ ਜਿਹੜੀ ਜਾਤ ਹੈ, ਜਿਹੜਾ ਵਰਗ ਹੈ, ਉਹਨੂੰ ਓਨਾ ਕੁਝ ਦੇ ਦਿਓ ਤੇ ਓਨਾ ਦੇ ਕੇ ਤੁਸੀਂ ਮਤਲਬ ਕੋਸ਼ਿਸ਼ ਕਰੋ ਸਰਚਾਉਣ ਦੀ, ਤਾਂ ਕਿ ਤੁਹਾਡੇ ਨਾਲ ਵੋਟ ਜੁੜੀ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਪੰਜਾਬ ਦੇ ਵਿੱਚ ਜਿਹੜਾ ਦਲਿਤਾਂ ਦਾ ਇਹ ਉਭਾਰਿਆ ਜਾ ਰਿਹਾ ਹੇਜ, ਜਿਹੜਾ ਇੱਕ ਟਾਈਪ ਦਾ ਹੁਣ ਆਇਆ, ਇਹ 2022 ਨੂੰ ਸਾਹਮਣੇ ਰੱਖ ਕੇ ਆਇਆ। ਇਦੋਂ ਪਹਿਲਾਂ ਹੇਜ ਉਹ ਕਿੱਥੇ ਸੀਗਾ? ਔਰ ਦਲਿਤ ਪਰਿਵਾਰ ਜਿਹੜੇ ਨੇ, ਦਲਿਤਾਂ ਦੀਆਂ ਔਰਤਾਂ, ਬੰਦੇ ਜਿਹੜੇ 100 ਦਿਨ ਦੇ ਘੱਟੋ ਘੱਟ ਕੰਮ ਦੀ ਗਰੰਟੀ ਵਰਗਾ ਮਨਰੇਗਾ ਵਰਗਾ ਕਾਨੂੰਨ ਹੈ, ਉਹਨੂੰ ਲਾਗੂ ਕਰਾਉਣ ਲਈ ਵਿਚਾਰੇ ਧੱਕੇ ਖਾ ਰਹੇ ਨੇ। ਕਦੇ ਮੁਜ਼ਾਹਰੇ, ਕਦੇ ਧਰਨੇ, ਕਦੇ ਠੱਗੀ ਹੋ ਰਹੀ ਹੈ। ਤੁਹਾਡਾ ਤੰਤਰ ਉਹਦੇ ਵੱਲ ਦੇਖਣ ਲਈ ਤਿਆਰ ਨਹੀਂ ਹੈ। ਤੇ ਉਹੀ ਦਲਿਤ ਜਦੋਂ ਪੰਜਾਬ ਦੇ ਵਿੱਚ ਜਿਹੜਾ ਕਾਨੂੰਨੀ ਰੂਪ ਦੇ ਵਿੱਚ ਮਿਲਿਆ ਹੋਇਆ ਹੱਕ ਹੈ ਸ਼ਾਮਲਾਟ ਜ਼ਮੀਨ ਚੋਂ 33% ਦਾ, ਉਹ ਜਦੋਂ ਲੈਣ ਲਈ ਗੱਲ ਕਰਦੇ ਨੇ ਤਾਂ ਸਾਰਾ ਪ੍ਰਸ਼ਾਸਨ ਤੇ ਤੰਤਰ ਉਹਦੇ ਉਲਟ ਖੜਾ ਹੁੰਦਾ ਦਿਖਾਈ ਦਿੰਦਾ ਹੈ। ਉਹਨੂੰ ਉਹ ਕਾਨੂੰਨੀ ਹੱਕ ਵੀ ਦਿਵਾਉਣ ਲਈ ਤਿਆਰ ਨਹੀਂ। ਤੇ ਜਦੋਂ ਉਹੀ ਦਲਿਤ ਔਰਤਾਂ ਫਾਈਨਾਂਸ ਕੰਪਨੀਆਂ ਦੀ ਲੁੱਟ ਦੇ ਨਾਲ ਜੋੜ ਕੇ ਗੱਲ ਕਰਦੀਆਂ ਨੇ ਤਾਂ ਕੋਈ ਸੁਣਵਾਈ ਉਸ ਪੱਧਰ ਦੇ ਉੱਤੇ ਨਹੀਂ ਹੁੰਦੀ, ਉਹ ਵੀ ਮੁਜ਼ਾਹਰੇ ਕਰਦੀਆਂ ਨੇ, ਬਾਕੀ ਚੀਜ਼ਾਂ ਹੋ ਰਹੀਆਂ ਨੇ। ਇਸ ਕਰਕੇ ਇੱਕ ਬੜਾ ਵੱਡਾ ਜਿਹੜੇ ਬੁਨਿਆਦੀ ਇਸ਼ੂ ਨੇ, ਪੜ੍ਹਾਈ ਦਾ ਇਸ਼ੂ, ਰੁਜ਼ਗਾਰ ਦਾ ਇਸ਼ੂ, ਸਮਾਜਿਕ ਬਰਾਬਰੀ ਦਾ ਮੁੱਦਾ, ਇਹ ਮੁੱਦੇ ਤਾਂ ਕਿਸੇ ਦੇ ਏਜੰਡੇ ਤੇ ਨਹੀਂ ਹੈ। ਪਿਛਲੇ ਲੰਬੇ ਸਮੇਂ ਤੋਂ ਕਈ ਸਾਲ ਲੰਘ ਗਏ, ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੀ ਦਲਿਤਾਂ ਦੀ, ਉਹ ਗਵਰਨਮੈਂਟ ਆਫ ਇੰਡੀਆ ਨੇ ਬੰਦ ਕਰਤੀ ਪਿਛਲੇ 4-5 ਸਾਲ ਤੋਂ। ਸਟੇਟ ਨੇ ਕੋਈ ਨਵੀਂ ਬਣਾਈ ਨਹੀਂ। ਜਿਹੜਾ 1.5-2 ਲੱਖ ਬੱਚੇ ਦਾ ਲਾਸ ਹੋਇਆ, ਨੁਕਸਾਨ ਹੋਇਆ ਕਿ ਉਹ ਕਾਲਜਾਂ ਚੋਂ ਹਟ ਗਏ, ਇੱਧਰ ਉੱਧਰ ਹੋਰ ਉਹਨਾਂ ਦੇ ਰੁਜ਼ਗਾਰ ਦਾ ਸਾਧਨ ਨਹੀਂ ਬਚਿਆ, ਉਹਨੂੰ ਕਰਪਸ਼ਨ ਦਾ ਅੱਡਾ ਬਣਾ ਕੇ ਕਿ ਇੱਕ ਬੱਚੇ ਦੀ ਤੁਸੀਂ ਆਧਾਰ ਕਾਰਡ ਲੈ ਕੇ 4 ਜਗ੍ਹਾ ਐਡਮਿਸ਼ਨ ਦੇਤੀ। ਹੁਣ ਬੱਚੇ ਦਾ ਕਸੂਰ ਨਹੀਂ ਹੈ, ਕਸੂਰ ਉਹਨਾਂ ਮੈਨੇਜਮੈਂਟਾਂ ਦਾ, ਤੇ ਤੁਸੀਂ ਉਹ ਗਰੰਟਾਂ ਤੇ ਉਹ ਚੀਜ਼ਾਂ ਰੋਕਤੀਆਂ ਨੇ, ਤੇ ਉਹ ਤਾਂ ਫਿਰ ਉੱਥੇ ਹੀ ਖੜੇ ਨੇ। ਉਹਦੇ ਨਾਲ ਫਾਇਦਾ ਕੀ ਹੋਇਆ? ਇਸ ਲਈ ਇਹ ਕੇਵਲ ਵੋਟ ਦੇ ਨਾਲ ਸਰਚਾਉਣ ਦਾ ਤਰੀਕਾ ਹੈ। ਕੋਈ ਪਾਰਟੀ ਕਹਿੰਦੀ ਹੈ ਮੁੱਖ ਮੰਤਰੀ ਦਲਿਤ ਬਣਾਵਾਂਗੇ, ਕੋਈ ਪਾਰਟੀ ਕਹਿੰਦੀ ਹੈ ਡਿਪਟੀ ਮੁੱਖ ਮੰਤਰੀ ਦਲਿਤ ਬਣਾਵਾਂਗੇ, ਪਰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਬਣ ਕੇ ਕਰਨਗੇ ਕੀ? ਪੰਜਾਬ ਦੇ ਵਿੱਚ ਜੋ ਸਮੁੱਚੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਮੰਨ ਲਓ ਹੁਣ ਤੱਕ ਡੋਮੀਨੇਟਿੰਗ ਧਿਰ ਪਿਛਲੇ ਸਾਲਾਂ ਤੋਂ ਲਗਾਤਾਰ ਆਜ਼ਾਦੀ ਤੋਂ ਬਾਅਦ ਉਹ ਜੱਟ ਸਿੱਖ ਦੇ ਤੌਰ ਤੇ ਰਹੀ ਹੈ। ਸਿੱਖੀ ਦਾ ਕੀ ਹਾਲ ਕਰਤਾ ਜੀ ਉਹ ਜੱਟ ਸਿੱਖ ਬੰਦਿਆਂ ਨੇ ਲਿਆ ਕੇ, ਔਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੁਣ ਫੇਰ ਆ ਕੇ ਮੇਨ ਮੁੱਦਾ ਖੜਾ। ਔਰ ਸਿੱਖੀ ਦਾ ਕੀ ਹਾਲ ਕਰਤਾ? ਸਿੱਖੀ 'ਚ ਜਾਤ ਪਾਤ ਉਵੇਂ ਕਾਇਮ ਹੈ, ਤੁਸੀਂ ਸਗੋਂ ਉਹਨੂੰ ਹੋਰ ਮਜ਼ਬੂਤ ਕਰ ਰਹੇ ਹੋ। ਸਿੱਖੀ ਦੀ ਉਹ ਸੰਗਤ ਦੀ, ਲੰਗਰ ਦੀ, ਪੰਗਤ ਦੀ ਧਾਰਨਾ ਕਿੱਥੇ ਗਈ? ਤੁਸੀਂ ਕੀ ਲਾਗੂ ਕੀਤੀ ਹੈ? ਤੁਸੀਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੂੰ ਕਿੱਥੇ ਅਪਣਾਇਆ? ਕਿਰਤੀ ਦੀ ਇੱਜ਼ਤ ਕਿੱਥੇ ਕੀਤੀ ਹੈ? ਕਿਰਤੀ ਨੂੰ ਮਤਲਬ ਰੁਜ਼ਗਾਰ ਕਿੱਥੇ ਦਿੱਤਾ? ਉਸ ਪੱਧਰ ਦੇ ਉੱਤੇ ਪੰਜਾਬ ਉਜੜ ਰਿਹਾ। ਪੰਜਾਬ ਦੇ ਮੱਧ ਵਰਗ ਦੇ ਬੱਚੇ ਸਾਰੇ ਵਿਦੇਸ਼ ਦੌੜ ਜਾਣਾ ਚਾਹੁੰਦੇ ਨੇ, ਔਰ ਜਾ ਰਹੇ ਨੇ ਬੜੀ ਵੱਡੀ ਬੁਰੀ ਤਰ੍ਹਾਂ ਲਗਾਤਾਰ। ਔਰ ਜੇ ਉਹਨੂੰ ਵੀ ਦੇਖੀਏ ਤੇ ਕਿਸਾਨ ਨੇ, ਅਗਲਾ ਕਹਿੰਦਾ ਕਿਸਾਨੀ ਦੀ ਡੋਮੀਨੈਂਸ ਹੈ ਜੀ ਪੰਜਾਬ ਦੇ ਵਿੱਚ, ਬਿਲਕੁਲ ਦਲਿਤਾਂ ਦੇ ਮੁਕਾਬਲੇ ਹੈਗੀ ਹੈ, ਪਰ ਹਾਲ ਤਾਂ ਉਹਦੀ ਵੀ ਉੱਥੇ ਹੀ ਆ। ਉਹ ਕਰਜ਼ੇ ਦੇ ਬੋਝ ਜਿਹੜੇ ਤੁਹਾਨੂੰ ਕਹਿਣਾ ਪੈ ਰਿਹਾ ਵੋਟਾਂ ਦੇ ਵਿੱਚ ਅਸੀਂ ਸਮੁੱਚਾ ਕਰਜ਼ਾ ਮਾਫ ਕਰਾਂਗੇ, ਪਰ ਉਹ ਚੋਂ ਕਰਦੇ ਕੇਵਲ 4620 ਕਰੋੜ, 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ, ਤੇ ਉਹਦੇ ਨਾਲ ਲੋਕ ਖੁਦਕਸ਼ੀਆਂ ਕਰ ਰਹੇ ਨੇ। ਪਰਿਵਾਰਾਂ ਦਾ ਬੁਰਾ ਹਾਲ ਹੈ, ਕੋਈ ਜਾ ਕੇ ਨਹੀਂ ਦੇਖ ਰਿਹਾ। ਤੁਹਾਡੇ ਐਮਐਲਏ ਦੀ ਇੱਕ ਕਮੇਟੀ ਬਣਦੀ ਹੈ, ਉਹ ਘਰ ਘਰ ਜਾਂਦੀ ਹੈ, ਉਹ ਹਾਸੋਹੀਣੀਆਂ ਰਿਕਮੈਂਡੇਸ਼ਨ ਕਰਦੀ ਹੈ, ਤੇ ਉਹ ਰਿਕਮੈਂਡੇਸ਼ਨ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਚਰਚਾ ਕਰਨ ਲਈ ਤਿਆਰ ਨਹੀਂ ਹੋ। ਜੇ ਜਾਤ ਦੇ ਆਧਾਰ ਤੇ ਐਂ ਦੇਖ ਲਈਏ ਕਿ ਉਸ ਜਾਤ ਦਾ ਬੰਦਾ ਬੈਠ ਜੇ, ਉਹਦੇ ਨਾਲ ਠੀਕ ਹੋ ਜਾਂਦਾ ਕੰਮ, ਇਹ ਤਾਂ ਗੱਲ ਨਹੀਂ ਨਾ। ਉਸ ਵਰਗ ਦੇ ਲਈ ਜਿਹੜਾ ਪਿੱਛੇ ਰਹਿ ਗਿਆ, ਜਾਂ ਸਮੁੱਚੇ ਸਮਾਜ ਦੇ ਲਈ ਤੁਹਾਡੇ ਕੋਲ ਕੀ ਪ੍ਰੋਗਰਾਮ ਹੈ, ਕਿਹੜਾ ਏਜੰਡਾ ਹੈ? ਉਸ ਏਜੰਡੇ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਕੀ ਉਹਦੇ ਤੇ ਅਮਲ ਕਰਦੇ ਹੋ? ਇਹ ਸਭ ਤੋਂ ਬੜਾ ਕੁਐਸਚਨ ਹੈ, ਨਾ ਕਿ ਕੁਐਸਚਨ ਇਹ ਹੈ। ਹੁਣ ਤਾਂ ਇਹ ਟਰਪਾ ਲੰਮਾ ਰਿਹਾ, ਹੁਣ ਕੰਟਰੋਵਰਸੀ ਹੈ ਇੱਕ ਦੂਜੇ ਦੇ ਖਿਲਾਫ। ਔਰ ਇਹ ਦੂਲੋ ਦਾ ਬਿਆਨ ਠੀਕ ਹੈ ਇਸ ਐਂਗਲ ਤੋਂ ਕਿ ਉਦੋਂ ਤੱਕ, ਹੁਣ ਤੱਕ ਤੁਸੀਂ ਤੁਹਾਨੂੰ ਦਲਿਤ ਨਜ਼ਰ ਨਹੀਂ ਆਏ। ਹੁਣ ਵੀ ਇੱਕੋ ਗੱਲ ਹੈ, ਮੈਨੂੰ ਇਹ ਲੱਗਦਾ ਜਿਹੜਾ ਸਾਰਾ ਪ੍ਰਪੰਚ ਹੋ ਰਿਹਾ ਤੇ ਕਿਸੇ ਨਾ ਕਿਸੇ ਨੂੰ ਮਤਲਬ ਵਧੀਆ ਪੋਸਟ ਮਿਲ ਜੂ, ਕੋਈ ਡਿਪਾਰਟਮੈਂਟ ਨਵਾਂ ਲੈਣਾ ਚਾਹੁੰਦਾ ਵਧੀਆ, ਕੋਈ ਜਿਹੜਾ ਦੂਸਰੇ ਟਾਈਪ ਦਾ ਕਿ ਬਦਲ ਕੇ ਕੋਈ ਹੋਰ ਵੱਡੀ ਪੋਸਟ ਲੈਣਾ ਚਾਹੁੰਦਾ, ਕੋਈ ਪ੍ਰਧਾਨਗੀ ਲੈਣਾ ਚਾਹੁੰਦਾ,
ਸਵਾਲ ਤਾਂ ਉੱਥੇ ਖੜੇ ਨੇ, ਨਾ ਕਿ ਸਵਾਲ ਇਹ ਹੈ ਕਿ ਅਜੇ ਵੀ ਦਲਤਾਂ ਦਾ ਕੋਈ ਬਹੁਤ ਵੱਡਾ ਤੁਸੀਂ ਕਾਰਜਕਾਰੀ ਜਾਂ ਉਸ ਲੈਵਲ ਦੀ ਕਰਨ ਦੀ ਗੱਲ ਕਰ ਰਹੇ ਹੋ। ਜੀ ਹਮੀਰ ਸਿੰਘ ਜੀ, ਸਵਾਲ ਬੜੇ ਖੜੇ ਹੁੰਦੇ ਨੇ ਕਿ ਜਦੋਂ ਦਲਿਤਾਂ ਦੀ ਸਿਆਸਤ ਦੀ ਗੱਲ ਆਉਂਦੀ ਹੈ ਜਾਂ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹ ਘੱਟ ਗਿਣਤੀਆਂ ਵਿੱਚੋਂ ਆਉਂਦੇ ਨੇ, ਓਬੀਸੀ ਚੋਂ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਬੀਜੇਪੀ ਕਹਿ ਦਿੰਦੀ ਹੈ ਕਿ ਦੇਖੋ ਜੀ ਅਸੀਂ ਦਲਿਤ ਰਾਸ਼ਟਰਪਤੀ ਬਣਾਇਆ। ਪਰ ਜਦੋਂ ਇਹਨਾਂ ਸਿਆਸੀ ਪਾਰਟੀਆਂ ਨੂੰ ਸਵਾਲ ਹੁੰਦਾ ਹੈ ਕਿ ਓਬੀਸੀ ਦਾ, ਜੇ ਤੁਸੀਂ ਜਾਤ ਦੇ ਆਧਾਰ ਤੇ ਗੱਲ ਕਰਦੇ ਹੋ, ਓਬੀਸੀ ਦਾ ਕੀ ਭਲਾ ਹੋਇਆ ਇਹਨਾਂ ਦੇ ਆਉਣ ਦੇ ਨਾਲ, ਦਲਿਤਾਂ ਦਾ ਕੀ ਭਲਾ ਹੋਇਆ, ਤਾਂ ਉੱਥੇ ਲਾਜਵਾਬ ਹੋ ਜਾਂਦੇ ਨੇ। ਅਸਲ ਦੇ ਵਿੱਚ ਸਿਸਟਮ ਜਿਹੜਾ ਇੱਕ ਹੁੰਦਾ ਨਾ, ਪੂਰਾ ਸੂਰਾ ਸਿਸਟਮ, ਉਹ ਸਿਸਟਮ ਉਸ ਪਾਸੇ ਵੱਲ ਲੈ ਕੇ ਜਾਂਦਾ, ਨਾ ਕਿ ਇੱਕ ਵਿਅਕਤੀ ਤਾਂ ਐਸੀ ਸਟੇਟ ਜੇ ਉਹਦੇ ਖਿਲਾਫ ਇੱਧਰ ਉੱਧਰ ਜਾਣਾ ਸ਼ੁਰੂ ਕਰਦਾ ਤਾਂ ਉਹਦੀਆਂ ਟੰਗਾਂ ਸਿਸਟਮ ਇਹੋ ਜਿਹੀਆਂ ਜਾਮ ਕਰਦਾ ਤੇ ਉਹਨੂੰ ਛੱਡਦਾ ਹੀ ਨਹੀਂ। ਉਹ ਢਾਂਚੇ ਦੀ ਮਜ਼ਬੂਤੀ ਸਭ ਤੋਂ ਬੜੀ ਚੀਜ਼ ਹੁੰਦੀ ਹੈ। ਢਾਂਚਾ ਜਿਹੜਾ ਹੈ ਉਹ ਅੱਜ ਵੀ ਸਾਡੇ ਦੇਸ਼ ਦਾ ਹਿੰਦੂਤਵੀ ਪੋਲਿਟਿਕਸ ਤੇ ਚਲਾਉਣ ਦੀ ਟਰਾਈ ਹੈ। ਢਾਂਚਾ ਜਿਹੜਾ ਉਹ ਸੈਂਟਰਲਾਈਜ਼ ਤਾਕਤ ਕਰ ਰਿਹਾ ਹੈ, ਸੂਬਿਆਂ ਦੀ ਵੀ ਤਾਕਤ ਖਿੱਚ ਰਿਹਾ ਹੈ। ਮੰਨ ਲਓ ਇਹਨਾਂ ਚੋਂ ਨਵਜੋਤ ਸਿੱਧੂ ਆ ਜੇ, ਬਣ ਜੇ, ਜਾਂ ਚੰਨੀ ਬਣ ਜੇ, ਜਾਂ ਅਮਰਿੰਦਰ ਸਿੰਘ ਦੁਬਾਰਾ ਬਣ ਜੇ, ਸੁਖਬੀਰ ਬਾਦਲ ਬਣ ਜੇ, ਕੋਈ ਭਗਵੰਤ ਮਾਨ, ਕੋਈ ਵੀ ਬਣ ਜੇ। ਜਿਹੜਾ ਹਾਲਾਤ ਹੁਣ ਸੂਬੇ ਦੇ ਨੇ, ਜਿੰਨੇ ਉਹ 2.5 ਲੱਖ ਕਰੋੜ ਦੇ ਕਰਜ਼ੇ ਹੇਠ ਹੈ ਸੂਬਾ ਆਪ, ਮਤਲਬ ਬਾਕੀ ਛੱਡ ਦੋ, ਜਿੱਥੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ, ਇਹਦੇ ਤੋਂ ਅੱਗੇ ਗਵਰਨਮੈਂਟ ਆਫ ਇੰਡੀਆ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਨੇ, ਇਹਦੇ ਨਾਲ ਹੋਰ ਵੀ ਇਹਦੀ ਤਾਕਤ ਚਲੀ ਜਾਣੀ ਹੈ। ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਲਿਆਂਦੀ ਗਈ ਹੈ, ਉਹਦੇ ਨਾਲ ਸਾਡੀਆਂ ਵਿਦਿਅਕ ਸੰਸਥਾਵਾਂ ਦਾ ਹੋਰ ਵੀ ਬੁਰਾ ਹਾਲ ਹੋਣਾ ਹੈ। ਔਰ ਜਿਹੜੇ ਵੀ ਹੋਰ ਜਿੰਨੇ ਵੀ ਮਤਲਬ ਕਾਨੂੰਨ ਬਣਾਏ ਗਏ ਨੇ, ਉਹ ਤਾਕਤਾਂ ਕੇਂਦਰਿਤ ਕਰ ਰਹੇ ਨੇ, ਚਾਹੇ ਉਹ ਦਲਿਤਾਂ ਦੇ ਮਾਮਲੇ 'ਚ ਹੈ, ਚਾਹੇ ਉਹ ਕਿਸੇ ਮਾਮਲੇ 'ਚ ਹੈ। ਤੁਸੀਂ ਕਿਰਤ ਕਾਨੂੰਨ ਬਦਲ ਦਿੱਤੇ ਨੇ, ਕਿਰਤ ਕਾਨੂੰਨ ਬਦਲ ਕੇ ਉਹਨਾਂ ਦੇ ਪ੍ਰੋਟੈਸਟ ਦਾ ਹੱਕ ਵੀ ਖੋ ਰਹੇ ਹੋ, ਉਹਨਾਂ ਦੇ ਇਕੱਠੇ ਹੋਣ ਦਾ ਹੱਕ ਵੀ ਖੋ ਰਹੇ ਹੋ। ਤਾਂ ਕੋਈ ਵੀ ਬਣ ਜਾਏਗਾ, ਉਹ ਕਿਵੇਂ ਉਹ ਠੀਕ ਕਰ ਦੇਗਾ? ਮਤਲਬ ਉਹਦੇ ਕੋਲ ਕਿਹੜੀ ਗਿੱਦੜ ਸੰਗੀ ਹੋਏਗੀ? ਇਹ ਸਭ ਕੇਵਲ 22 'ਚ ਇੱਕ ਵਾਰ ਵੋਟ ਲੈਣ ਦਾ ਤਰੀਕਾ ਹੈ। ਇਸੇ ਕਰਕੇ ਬੰਦਾ ਬਦਲਣ ਨਾਲ ਬੰਦੇ ਨਾਲ ਕੁਝ ਨਹੀਂ ਹੋਣਾ। ਬੰਦੇ ਤਾਂ ਕਿੰਨੇ ਵਾਰ ਬਦਲ ਗਏ ਨੇ, ਬਾਰ-ਬਾਰ ਬਦਲਦੇ ਨੇ, ਉਹਨਾਂ ਹੀ ਪਾਰਟੀਆਂ ਦੇ ਵੀ ਬੰਦੇ ਬਦਲਦੇ ਨੇ ਔਰ ਦੂਜੀਆਂ ਪਾਰਟੀਆਂ ਨੂੰ ਵੀ ਮੌਕੇ ਮਿਲਦੇ ਨੇ। ਚਰਚਾਵਾਂ ਇਹ ਵੀ ਨੇ ਕਿ ਜਿਸ ਤਰੀਕੇ ਦੇ ਨਾਲ ਰਾਖਵੇਂਕਰਨ ਨੂੰ ਲੈ ਕੇ ਰੌਲਾ ਪੈਂਦਾ ਹੈ, ਕਹਿੰਦੇ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਰਾਖਵੇਂਕਰਨ ਨੂੰ ਸ਼ਾਇਦ ਖਤਮ ਹੀ ਨਾ ਕਰ ਦੇਵੇ, ਜਿਸ ਤਰੀਕੇ ਨਾਲ ਰੌਲਾ ਰੱਪਾ ਪੈਂਦਾ ਆ। ਨਹੀਂ, ਰਾਖਵਾਂਕਰਨ ਤਾਂ ਖਤਮ ਕਰਨ ਦੀ ਲੋੜ ਨਹੀਂ, ਖਤਮ ਇਹ ਵੱਲ ਜਾ ਹੀ ਰਿਹਾ। ਰਾਖਵਾਂਕਰਨ ਕਾਹਦੇ 'ਚ ਹੈ? ਰਾਖਵਾਂਕਰਨ ਸਰਕਾਰੀ ਨੌਕਰੀਆਂ 'ਚ ਹੈ। ਸਰਕਾਰੀ ਨੌਕਰੀਆਂ ਜੇਕਰ ਪੰਜਾਬ 'ਚ ਲਗਭਗ 5.5 ਲੱਖ ਸੀ, ਹੁਣ ਪੌਣੇ 3 ਲੱਖ ਦੇ ਨੇੜੇ ਤੇ ਰਹਿ ਗਈ ਹੈ। ਹੌਲੀ ਹੌਲੀ ਉਹ ਘਟਦੀਆਂ ਜਾਣਗੀਆਂ ਤਾਂ ਉਹਦੇ ਸ਼ੇਅਰ ਕਿੱਥੋਂ ਮਿਲੇਗਾ? ਕੌਣ ਆਏਗਾ? ਜਿਹੜਾ ਇਹ ਤਰੀਕਾ ਹੈ ਅਸਲ ਦੇ ਵਿੱਚ, ਕਿਉਂਕਿ ਪ੍ਰਾਈਵੇਟਾਈਜੇਸ਼ਨ ਹੈ, ਪ੍ਰਾਈਵੇਟ 'ਚ ਤਾਂ ਰਾਖਵਾਂਕਰਨ ਕਿਤੇ ਹੈ ਨਹੀਂ ਨਾ। ਈਵਨ ਸਰਕਾਰੀ ਖੇਤਰ 'ਚ ਵੀ ਜਿਹੜੀਆਂ ਨੌਕਰੀਆਂ ਭਰੀਆਂ ਜਾ ਰਹੀਆਂ ਨੇ, ਹੁਣ ਉਹ ਠੇਕੇ ਤੇ ਜ਼ਿਆਦਾ ਭਰੀਆਂ ਜਾ ਰਹੀਆਂ ਨੇ, ਉਹ ਕਿਹੜਾ ਰੈਗੂਲਰ ਭਰੀਆਂ ਜਾ ਰਹੀਆਂ ਨੇ। ਉਹਦੇ 'ਚ ਜਿਹੜੇ ਰਾਖਵਾਂਕਰਨ ਇੱਕ ਸਿੰਬੋਲਿਕ ਬਣਾ ਦਿੱਤਾ ਗਿਆ, ਇੱਕ ਸੰਕੇਤਕ ਹੈ। ਲੋਕਾਂ ਨੂੰ ਜਿਹੜਾ ਅਸਰ ਉਹ ਮਿਲਣਾ ਹੈ, ਪ੍ਰਭਾਵ, ਉਹ ਨਹੀਂ ਮਿਲ ਰਿਹਾ। ਪਹਿਲੀ ਗੱਲ, ਜੇਕਰ ਉਹਨਾਂ ਦੇ ਬਹੁਤ ਵੱਡੇ ਵਰਗ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਈ ਦੇ ਵਿੱਚ 2 ਤਰ੍ਹਾਂ ਦੇ ਸਕੂਲ ਬਣਾਤੇ, ਰਾਖਵਾਂਕਰਨ ਜਿੰਨਾ ਕੁ ਹੈ ਉਹਦਾ ਲਾਭ ਵੀ ਕਿਹਨੂੰ ਮਿਲੇਗਾ? ਜਿਹਦੇ ਕੋਲ ਪਹਿਲਾਂ ਹੀ ਪੈਸਾ ਹੈ, ਜਿਹਦਾ ਬੱਚਾ ਵੱਡੇ ਸਕੂਲ 'ਚ ਪੜੂਗਾ, ਜਿਹੜਾ ਕੰਪੀਟੀਸ਼ਨ 'ਚ ਆਏਗਾ, ਉਹੀ ਇੱਕ ਖਾਸ ਵਰਗ ਪੈਦਾ ਹੋ ਜਾਊਗਾ। ਉਹ ਖਾਸ ਵਰਗ ਦੇ ਆਲੇ ਦੁਆਲੇ ਘੁੰਮੇਗਾ ਨਾ। ਉਹ ਜਿਹੜਾ ਵੱਡੀ ਗਿਣਤੀ ਦਲਿਤ ਵਰਗ ਹੈ, ਜਿਹਦਾ ਬੱਚਾ ਪੜ੍ਹਨ ਨਹੀਂ ਦਿੱਤਾ ਜਾ ਰਿਹਾ ਠੀਕ ਤਰੀਕੇ ਨਾਲ, ਜਿੱਥੇ ਸਕੂਲ 'ਚ ਪੜ੍ਹਦਾ ਉੱਥੇ ਜੇ ਪੜ੍ਹਾਈ ਨਹੀਂ ਹੈ ਤੇ ਉਹ ਕੰਪੀਟੀਸ਼ਨ 'ਚ ਬੈਠੇਗਾ ਤਾਂ ਉਹ ਆਏਗਾ ਕਿਵੇਂ? ਉਹਦੇ ਤੱਕ ਤਾਂ ਪਹੁੰਚੇਗਾ ਨਹੀਂ। ਤੇ ਦੂਜੀ ਗੱਲ ਇਹ ਹੈ ਕਿ ਦਲਿਤ ਵਰਗ ਦੇ ਵਿੱਚੋਂ ਇੰਨੇ ਲੰਮੇ ਸਮੇਂ 'ਚੋਂ ਕੋਈ ਮੇਨ ਸਟ੍ਰੀਮ, ਕੋਈ ਐਸੀ ਵੱਡੀ ਲੀਡਰਸ਼ਿਪ ਪੈਦਾ ਨਹੀਂ ਹੋਈ, ਜਿਹੜੀ ਲੀਡਰਸ਼ਿਪ ਸੱਚੀਓ ਦਲਿਤ ਕਾਜ ਨਾਲ ਸੰਬੰਧਿਤ ਹੋਵੇ ਤੇ ਉਸ ਨੂੰ ਹੀ ਆਪਣਾ ਮਿਸ਼ਨ ਬਣਾ ਕੇ ਆਪਣਾ ਕੰਮ ਕਰਦੀ ਹੋਵੇ। ਉਹਦੇ 'ਚੋਂ ਸੱਤਾ ਕਿੰਨੀ ਆਉਂਦੀ ਹੈ, ਕਿੰਨੀ ਨਹੀਂ, ਇਹਦੀ ਬਜਾਏ ਇੱਕ ਜਿਹੜੀ ਐਕਸਟਰਾ ਪਾਰਲੀਮੈਂਟਰੀ ਫੋਰਸਜ਼ ਵੀ ਹੁੰਦੀਆਂ ਨੇ, ਜਿਹੜੀਆਂ ਮਤਲਬ ਐਮਐਲਏ ਐਮਪੀ ਨਹੀਂ ਬਣਦੀਆਂ, ਪਰ ਉਹਨਾਂ ਦਾ ਇੱਕ ਸਮਾਜ ਦੇ ਵਿੱਚ ਰੁਤਬਾ ਹੁੰਦਾ ਹੈ, ਸਮਾਜ ਦੇ ਮੁੱਦਿਆਂ ਨੂੰ ਉਭਾਰਨ 'ਚ ਇੱਕ ਦਬਦਬਾ ਹੁੰਦਾ ਹੈ, ਉਹ ਮਿਸਿੰਗ ਹੈ। ਉਸ ਪਾਸੇ ਦਾ ਕੋਈ ਕੰਮ ਨਹੀਂ ਕਰ ਰਿਹਾ। ਜਦੋਂ ਜਿਹੜਾ ਵੀ ਕਰਦਾ ਮਾੜਾ ਮੋਟਾ, ਉਹ ਇੱਕ ਪੋਸਟ ਲੈ ਕੇ ਮੁੜ ਕੇ ਬਹਿ ਜਾਂਦਾ ਹੈ ਆਪਣੇ ਤਰੀਕੇ ਦੇ ਨਾਲ। ਸਭ ਤੋਂ ਬੜਾ ਸਵਾਲ ਇਹ ਹੈ ਕਿ ਸਮਾਜ ਦੇ ਵਿੱਚ ਇੱਕ ਸਮਾਜਿਕ ਤਬਦੀਲੀ ਦਾ ਸਵਾਲ ਹੈ, ਬਰਾਬਰੀ ਦਾ ਸਵਾਲ ਹੈ, ਔਰ ਉਹ ਬਰਾਬਰੀ ਦੇ ਸਵਾਲ ਦੇ ਵੱਲ ਕਿਵੇਂ ਚੱਲਿਆ ਜਾਏ, ਉਹਨੂੰ ਕਿਵੇਂ ਦੇਖਿਆ ਜਾਏ, ਇਹ ਸਵਾਲ ਹੈ। ਨਾਰਮਲੀ ਲੋਕ ਅੱਜ ਕੱਲ੍ਹ ਇਹ ਕਹਿਣ ਲੱਗੇ ਨੇ ਕਿ ਪਾਰਟੀਆਂ ਦੇ ਅੰਦਰ ਵੀ ਜਿਹੜੇ ਦਲਿਤ ਵਰਗ ਦੇ ਲੋਕ ਨੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਸਟੇਟਸ ਉੱਥੇ ਤੱਕ ਹੀ ਖੜਾ ਹੈ, ਜਿਵੇਂ ਆਮ ਸਮਾਜ ਦੇ ਵਿੱਚ ਆਪਾਂ ਕਹਿੰਦੇ ਆ ਕਿ ਜਿੰਨਾ ਕੁ ਕਿਸਾਨ ਦੀ ਡੋਮੀਨੈਂਸ ਆ, ਉਨਾ ਕੁ ਦਲਿਤ ਵਰਗ ਉਹਦੇ ਨਾਲ ਚੱਲਦਾ ਹੈ। ਜੱਟ ਤੇ ਸੀਰੀ ਦਾ ਸੰਬੰਧ ਜਿਹੋ ਜਿਹਾ ਲਗਭਗ ਇਹੋ ਜਿਹੇ ਸੰਬੰਧਾਂ ਦੇ ਰੂਪ 'ਚ ਵਿਕਸਿਤ ਹੁੰਦਾ ਦਿਖਾਈ ਦੇ ਰਿਹਾ, ਉਦੋਂ ਵੱਡਾ ਨਹੀਂ ਹੈ। ਇਸੇ ਲਈ ਇਹ ਹੈ ਕਿ ਜਿਹੜਾ ਇਹ ਸ਼ੋਸ਼ੇਬਾਜ਼ੀ ਹੈ, ਜਿਹੜੀ ਕਿ ਇਸ ਤਰੀਕੇ ਦੇ ਨਾਲ ਦਲਿਤਾਂ ਦਾ ਉਧਾਰ ਹੋ ਜਾਏਗਾ। ਪੰਜਾਬ ਵਰਗਾ ਸੂਬਾ
ਜਿੱਥੇ 32% ਆਬਾਦੀ ਹੋਵੇ ਦਲਿਤਾਂ ਦੀ, ਪਿੰਡਾਂ ਦੇ ਵਿੱਚ 37% ਆਬਾਦੀ ਹੋਵੇ, ਤੇ ਜੇ ਉਹਦੀ ਪੋਲੀਟੀਕਲ ਜਾਗਰੂਕਤਾ ਨਹੀਂ ਆਏਗੀ, ਸਿਆਸੀ ਜਾਗਰੂਕਤਾ ਉਹਦੇ ਅੰਦਰ, ਔਰ ਉਹ ਜਾਗਰੂਕਤਾ ਦੇ ਨਾਲ ਦੀ ਨਾਲ ਫਿਰ ਉਹਦੇ ਚ ਲਾਮਬੰਦੀ ਹੋ ਕੇ ਆਪਣੇ ਚੋਂ ਇੱਕ ਯੋਗ ਲੀਡਰਸ਼ਿਪ ਐਮਰਜ ਨਹੀਂ ਹੋਏਗੀ, ਜਿਹੜੀ ਲੀਡਰਸ਼ਿਪ ਕੇਵਲ ਸੱਤਾ ਦੀ ਧਾਰਨਾ ਨਾ ਪੜਦੀ ਹੋਵੇ, ਮੁਹਾਰਨੀ ਨਾ ਰੱਟਦੀ ਹੋਵੇ, ਉਹ ਉਹਨਾਂ ਦੇ ਵਾਕਈ ਵੈਲਫੇਅਰ ਦੇ ਲਈ ਸਟੈਂਡ ਕਰਦੀ ਹੋਵੇ, ਉਹਨਾਂ ਚਿਰ ਤਾਕਤਾਂ ਦਾ ਤਵਾਜ਼ਨ ਦਲਿਤਾਂ ਦੇ ਹੱਕ 'ਚ ਨਹੀਂ ਬਣਨਾ। ਉਹ ਤਵਾਜ਼ਨ ਨੂੰ ਠੀਕ ਕਰਨ ਦੇ ਵਾਸਤੇ ਜ਼ਰੂਰੀ ਹੈ। ਮੈਂ ਇਹੀ ਜਾਣਨਾ ਚਾਹੁੰਦਾ ਸੀ ਕਿ ਆਖਿਰਕਾਰ ਜੇ ਆਪਾਂ ਸਿਰਫ ਪੰਜਾਬ ਦੇ ਖਿੱਤੇ ਦੀ ਗੱਲ ਕਰਦੇ ਹਾਂ ਦਲਿਤਾਂ ਨੂੰ ਲੈ ਕੇ, ਇੰਨੀ ਮਜ਼ਬੂਤੀ ਜਾਂ ਇਹ ਆਪਣੇ ਮਤਲਬ ਕਿ ਕੋਈ ਲੀਡਰ ਇਹੋ ਜਿਹਾ ਪੰਜਾਬ ਦੇ ਵਿੱਚ ਪੈਦਾ ਕਿਉਂ ਨਹੀਂ ਕਰ ਸਕੇ? ਬਸਪਾ ਵੀ ਇੱਥੇ ਕੰਮ ਕਰ ਰਹੀ ਹੈ, ਬਾਕੀ ਪਾਰਟੀਆਂ ਦੇ ਵਿੱਚ ਵੀ ਦਲਿਤਾਂ ਦੇ ਐਮਐਲਏ ਨੇ, ਕੈਬਨਿਟ ਮੰਤਰੀਆਂ ਤੱਕ ਵਜ਼ੀਰੀਆਂ ਮਾਣਦੇ ਨੇ, ਪਰ ਇੰਨੇ ਮਜ਼ਬੂਤ ਕਿਉਂ ਨਹੀਂ ਹੋ ਸਕੇ? ਕਾਰਨ ਕੀ ਰਿਹਾ ਇਸ ਪਿੱਛੇ? ਦੇਖੋ, ਇੱਕ ਸਮੇਂ ਪੰਜਾਬ 'ਚ ਵੀ ਬਸਪਾ ਦਾ ਬੋਲਬਾਲਾ ਹੋਇਆ ਸੀ, ਔਰ ਲੋਕ ਰਾਤਾਂ ਨੂੰ ਦੇਖਦੇ ਸੀ। ਉਦੋਂ ਦਿਨੇ ਬੰਦੇ ਦਿਹਾੜੀ ਕਰਦੇ ਸੀ ਤੇ ਰਾਤਾਂ ਨੂੰ ਉਹ ਮੀਟਿੰਗਾਂ ਕਰਦੇ ਸੀ ਸਾਈਕਲਾਂ ਤੇ ਜਾ ਇੱਕ ਬਹੁਤ ਵੱਡਾ ਉਭਾਰ ਆਇਆ ਸੀ। ਉਹਦੇ 'ਚ ਕੁਝ ਨੌਜਵਾਨ ਆਗੂ ਵੀ ਵਿਕਸਿਤ ਹੋਏ ਸੀ, ਡਿਵੈਲਪ ਹੋਏ ਸੀ। ਜਦੋਂ 1992 ਦੀ ਜਿਹੜੀ ਚੋਣ ਹੋਈ ਹੈ ਪੰਜਾਬ ਵਿਧਾਨ ਸਭਾ ਦੀ, ਅਕਾਲੀ ਦਲ ਦਾ ਬਾਈਕਾਟ ਹੋਣ ਕਰਕੇ, ਕਿਉਂਕਿ 9 ਐਮਐਲਏ ਬੀਐਸਪੀ ਦੇ ਚੁਣੇ ਗਏ ਸੀ ਤੇ ਉਹੀ ਮੇਨ ਵਿਰੋਧੀ ਧਿਰ ਸੀ ਉਦੋਂ, ਉਸ ਸਮੇਂ ਦੇ ਵਿੱਚ। ਤੇ ਉਦੋਂ ਬਾਅਦ 1996 ਦੇ ਵਿੱਚ ਜਦੋਂ ਅਕਾਲੀ ਦਲ ਨਾਲ ਅਲਾਇੰਸ ਕੀਤਾ ਸੀ, 3 ਐਮਪੀ ਜਿਹੜੇ ਨੇ ਕਾਂਸੀ ਰਾਮ ਸਮੇਤ, ਕਾਂਸੀ ਰਾਮ ਖੁਦ ਚੁਣੇ ਗਏ ਸੀ, ਰੋਪੜ ਉਦੋਂ ਸੀਟ ਹੁੰਦੀ ਸੀ ਰਿਜ਼ਰਵ ਉਹਦੇ ਤੋਂ, 3 ਐਮਪੀ ਚੁਣੇ ਗਏ ਸੀ ਪੰਜਾਬ ਦੇ ਵਿੱਚੋਂ, ਮਤਲਬ 13 ਚੋਂ 3 ਚੁਣੇ ਜਾਣਾ ਵੱਡੀ ਗੱਲ ਸੀ। ਪਰ ਚੱਲਦੇ ਚੱਲਦੇ ਕੀ ਹੋ ਗਿਆ ਕਿ ਦਲਿਤਾਂ ਦੇ ਵਿੱਚ ਵੀ ਕਿ ਨਵੀਂ ਲੀਡਰਸ਼ਿਪ ਐਮਰਜ ਨਹੀਂ ਕਰ ਪਾਈ, ਜਾਂ ਜਿਹੜੀ ਲੀਡਰਸ਼ਿਪ ਉੱਪਰ ਸੀ, ਜੇ ਮਾਇਆਵਤੀ ਲੀਡਰ ਬਣ ਗਈ, ਮਾਇਆਵਤੀ ਨੂੰ ਯੂਪੀ ਚ ਚੀਫ ਮਿਨਿਸਟਰੀ ਮੇਨ ਦਿਖਣ ਲੱਗੀ, ਤੇ ਬਾਕੀ ਜਿਹੜੇ ਮੂਵਮੈਂਟ ਸੀ, ਮਿਸ਼ਨਰੀ ਟਾਈਪ ਦੇ ਮੂਵਮੈਂਟ ਦੇ ਬੰਦੇ ਖਤਮ ਹੋ ਗਏ। ਜਿਹੜਾ ਵੀ ਮਾੜਾ ਮੋਟਾ ਅੰਦਰੋਂ ਆਵਾਜ਼ ਉਠਾਉਂਦਾ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ, ਛਾਂਗ ਦਿੱਤਾ ਗਿਆ, ਤੇ ਉਹ ਇੰਨੀ ਫੁੱਟ ਓਰੀਜਨਲ ਲੀਡਰਸ਼ਿਪ ਪੈਦਾ ਕਰਨ ਦਾ ਕੁਐਸਚਨ ਹੀ ਨਹੀਂ ਡਿਵੈਲਪ ਹੋਇਆ। ਜਿਹੜੀਆਂ ਬਾਕੀ ਪਾਰਟੀਆਂ ਜਿਹੜੀ ਸੋਚ ਦਾ ਸ਼ਿਕਾਰ ਸੀ ਸੈਂਟਰਲਾਈਜੇਸ਼ਨ ਦਾ, ਉਹਨਾਂ ਨੇ ਖੇਤਰੀ ਲੀਡਰਸ਼ਿਪ ਪੈਦਾ ਹੀ ਨਹੀਂ ਕੀਤੀ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੇ ਵੀ ਪੰਜਾਬ ਜਾਂ ਸੂਬਾਈ ਲੀਡਰਸ਼ਿਪ ਜਿਹੜੀ ਹੈ ਉਹ ਵਿਕਸਿਤ ਹੀ ਨਹੀਂ ਹੋਣ ਦਿੱਤੀ ਉਸ ਸਮੇਂ ਤੋਂ ਲੈ ਕੇ। ਪੰਜਾਬ ਦੀਆਂ ਆਪਣਾ ਮਾਹੌਲ ਹੈ, ਆਪਣਾ ਇਤਿਹਾਸ ਹੈ, ਯੂਪੀ ਦਾ ਆਪਣਾ ਹੈ, ਹੋਰ ਕਿਤੇ ਦਾ ਆਪਣਾ ਹੈ। ਇਸ ਕਰਕੇ ਉਹਦੇ ਹਕੀਕਤ ਦੇ ਮੁਤਾਬਕ ਤੁਸੀਂ ਲੀਡਰਸ਼ਿਪ ਐਮਰਜ ਕਰਾਉਣੀ ਹੁੰਦੀ ਹੈ ਉਸ ਲੈਵਲ ਤੇ। ਪੰਜਾਬ 'ਚ ਜਿਹੜਾ ਜਾਤ ਛੂਤ ਛਾਤ ਨਹੀਂ ਹੈ ਉਸ ਪੱਧਰ ਦੀ ਜਿਹੋ ਜਿਹੀ ਯੂਪੀ ਤੇ ਬਿਹਾਰ ਦੇ ਵਿੱਚ ਹੈ। ਪੰਜਾਬ 'ਚ ਸਿੱਖ ਮੂਵਮੈਂਟ ਦਾ ਇੱਕ ਅਸਰ ਹੈ, ਸਿੱਖ ਇਨਕਲਾਬ ਦਾ ਇੱਕ ਅਸਰ ਹੈ ਬੜੇ ਵੱਡੇ ਪੱਧਰ ਤੇ, ਕਿ ਛੂਤ ਛਾਤ ਤਾਂ ਨਹੀਂ ਹੈ ਓਡੀ ਕਿ ਤੁਸੀਂ ਬਰਤਨ ਨੂੰ ਹੁਣ ਹੱਥ ਵੀ ਨਹੀਂ ਲਾਉਣ ਦਿੰਦੇ, ਤੁਸੀਂ ਭਾਂਡੇ ਅੰਗ 'ਚ ਪਾ ਕੇ ਮਾਂਜਦੇ ਹੋ, ਬਾਕੀ ਦੀਆਂ ਚੀਜ਼ਾਂ ਨੇ, ਜਾਂ ਉਹ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ, ਜਾਂ ਬਾਕੀ ਕੁਝ। ਪਰ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਜਾਤ ਪਾਤ ਖਤਮ ਹੈ। ਅੱਜ ਵੀ ਵਿਹੜੇ ਅਲੱਗ ਨੇ, ਉਹ ਪਿਛਲੇ ਛਿਪ ਦੇ ਪਾਸੇ ਹੀ ਕਿਉਂ ਨੇ, ਉਹ ਕਹਿੰਦੇ ਦੂਜੇ ਪਾਸੇ ਕਿਉਂ ਨਹੀਂ ਹੈ, ਉਹਨਾਂ ਦੇ ਘਰ ਵਿੱਚ ਕਿਉਂ ਨਹੀਂ ਆ ਸਕਦੇ, ਦੂਜਿਆਂ ਘਰਾਂ ਦੇ ਵਿੱਚ ਸਾਰੇ ਮਾਮਲੇ ਦੇ ਵਿੱਚ। ਔਰ ਇਹ ਸਾਰੀਆਂ ਚੀਜ਼ਾਂ ਅਜੇ ਵੀ ਰਹਿੰਦ ਖੂੰਹਦ ਪਿੱਛੋਂ ਚੱਲਦੀ ਆ ਰਹੀ ਹੈ ਲਗਾਤਾਰ, ਤੇ ਉਹਨਾਂ ਕ। ਪਰ ਫਿਰ ਇੱਥੇ ਦਾ ਏਜੰਡਾ ਨਰੋਲ ਕਈ ਕਰ ਯੂਪੀ ਜਾਂ ਬਾਕੀ ਉਸ ਸਟਾਈਲ ਦਾ ਨਹੀਂ ਬਣੇਗਾ, ਇੱਥੋਂ ਦਾ ਏਜੰਡਾ ਅਲੱਗ ਟਾਈਪ ਦਾ ਬਣੇਗਾ। ਅਗਲੀ ਗੱਲ, ਇੱਥੋਂ ਦਾ ਏਜੰਡੇ ਦੇ ਵਿੱਚ ਇੱਥੋਂ ਦੇ ਸੱਭਿਆਚਾਰ ਨੂੰ ਮਿਲਾ ਕੇ ਗੁਰਬਾਣੀ ਦਾ ਜਿਹੜਾ ਥੀਸਿਸ ਜਾਂ ਸਰਬੱਤ ਦੇ ਭਲੇ ਦਾ, ਗੁਰਬਾਣੀ ਦਾ ਇਨ ਗਰੀਬ ਸਿੱਖਣ ਕੋ ਦਿਉ ਮੈਂ ਪਾਤਸ਼ਾਹੀ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਲੋਗਨ ਹੈ, ਉਸ ਨੂੰ ਮਤਲਬ ਸਾਹਮਣੇ ਰੱਖ ਕੇ, ਔਰ ਇਸੇ ਤਰ੍ਹਾਂ ਬਰਾਬਰੀ ਦਾ ਜਿਹੜਾ ਸਵਾਲ ਹੈ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸੇ ਕੋਈ ਰੀਸ, ਉਸ ਫਲਸਫੇ ਨੂੰ ਬੁਨਿਆਦ ਬਣਾ ਕੇ ਇੱਕ ਲੜਾਈ ਲੜਨ ਦਾ ਸਵਾਲ ਹੈ। ਔਰ ਜਿਹੜੀ ਉਹ ਲੜਾਈ ਲੜੀ ਜਾਏਗੀ ਤਾਂ ਸ਼ਾਇਦ ਫਰਕ ਪਏਗਾ ਦੂਜਿਆਂ ਤੇ ਵੀ, ਕਿਉਂਕਿ ਇਸ ਲੜਾਈ ਦੇ ਨਾਲ ਕੀ ਹੋਏਗਾ, ਜਿਹੜਾ ਜੱਟ ਤੇ ਸਿੱਖ ਹੈ ਤਾਂ ਉਹਦੇ ਤੇ ਵੀ ਇੱਕ ਸਵਾਲ ਪੈਦਾ ਹੁੰਦਾ ਕਿ ਤੂੰ ਸਿੱਖ ਹੈ ਜਾਂ ਜੱਟ ਹੈ, ਚੋਂ ਇੱਕ ਚੋਣ ਕਰਨੀ ਪਏਗੀ। ਜੇ ਸਿੱਖ ਹੈ ਤਾਂ ਗੁਰਬਾਣੀ ਦਾ ਫਲਸਫਾ ਮੰਨਣਾ ਪਏਗਾ। ਤੇ ਇਸੇ ਕਰਕੇ ਜਿਹੜਾ ਇਹ ਇੱਕ ਜਦੋਂ ਵੀ ਇਹ ਮਾਹੌਲ ਆਇਆ, ਉਦੋਂ ਤਬਦੀਲੀਆਂ ਆਈਆਂ ਨੇ। ਜਿਵੇਂ ਤੁਸੀਂ ਦੇਖੋ ਕਿ 1920 ਦੇ ਵਿੱਚ ਉਸ ਸਮੇਂ ਕੀ ਹੋਇਆ, ਉਸ ਸਮੇਂ ਇਹ ਹੋਇਆ ਕਿ ਜਦੋਂ ਦਲਿਤਾਂ ਦਾ ਪ੍ਰਸਾਦ ਨਹੀਂ ਸੀ ਚੜ੍ਹਦਾ, 12 ਅਕਤੂਬਰ ਦੀ ਘਟਨਾ ਹੈ, ਦਰਬਾਰ ਸਾਹਿਬ ਦੇ ਵਿੱਚ ਪੁਜਾਰੀ ਕਹਿੰਦੇ ਸੀ ਕਿ ਇਹਨਾਂ ਦਾ ਅਲੱਗ ਰਹੋ ਜੀ, ਇਕੱਠਾ ਨਹੀਂ ਕਰਨਾ। ਉਦੋਂ ਦਲਿਤਾਂ ਨੇ ਤਾਂ ਅਗਵਾਈ ਕੀਤੀ, ਉਹ ਕੀਤੀ, ਪਰ ਦਲਿਤਾਂ ਦੇ ਨਾਲ ਜਨਰਲ ਦੂਜੇ ਬੰਦੇ ਵੀ ਆਏ, ਔਰ ਖਾਲਸਾ ਕਾਲਜ ਦੇ ਪ੍ਰੋਫੈਸਰ ਆਏ, ਜਥੇਦਾਰ ਕਰਤਾਰ ਸਿੰਘ ਝੱਬਰ ਵਰਗੇ ਅਕਾਲੀ ਦਲ ਦੇ ਉਸ ਸਮੇਂ ਦੇ ਵੱਖ-ਵੱਖ ਮਿਸਲਾਂ ਦੇ ਬੰਦੇ ਆਏ, ਉਹ ਸਭ ਨੇ ਇਕੱਠੇ ਹੋ ਕੇ ਲੜਾਈ ਲੜੀ। ਹੁਣ ਵੀ ਜਿਹੜਾ ਦਲਿਤ ਮੁੱਦਾ, ਇਹ ਦਲਿਤ ਮੁੱਦਾ ਨਹੀਂ ਹੈ ਇਕੱਲਾ, ਇਹ ਸਮਾਜ ਦਾ ਮੁੱਦਾ ਹੈ, ਟੋਟਲ ਸੁਸਾਇਟੀ ਦਾ ਮੁੱਦਾ ਹੈ। ਜਦੋਂ ਅਸੀਂ ਮੁੱਦਿਆਂ ਨੂੰ ਇਹ ਕਹਿ ਕੇ ਵਿਸਾਰ ਦਿੰਦੇ ਆ ਨਾ ਕਿ ਦਲਿਤਾਂ ਦਾ ਮੁੱਦਾ ਹੈ, ਇਹ ਔਰਤਾਂ ਦਾ ਮੁੱਦਾ ਹੈ, ਇਹ ਫਲਾਨੀ ਜਾਤ ਦਾ ਮੁੱਦਾ ਹੈ, ਜਦੋਂ ਅਸੀਂ ਇਹਨੂੰ ਆਪਣੇ ਸਮਾਜ ਦਾ ਮੁੱਦਾ ਨਹੀਂ ਬਣਾਉਂਦੇ,
ਕਿਉਂਕਿ ਸਮਾਜ ਦਾ ਮੁੱਦਾ ਹੈ, ਸਮਾਜ ਦੇ ਮੁੱਦੇ 'ਚੋਂ ਸਾਰੇ ਚੇਤਨ ਲੋਕਾਂ ਨੂੰ ਵੀ ਉਹਨੂੰ ਉਠਾਉਣਾ ਪਏਗਾ। ਜੇ ਉਹ ਨਾਲ ਮਿਲ ਕੇ ਉਠਾਉਂਦੇ ਨੇ ਤਾਂ ਮੁੱਦੇ ਦਾ ਕੁਝ ਬਣਦਾ, ਨਹੀਂ ਤਾਂ ਨਹੀਂ, ਉਸ ਲੈਵਲ ਤੇ ਨਹੀਂ ਗੱਲ ਜਾਂਦੀ, ਫਿਰ ਖੇਮੇਬੰਦੀ ਹੋ ਜਾਂਦੀ ਹੈ। ਫਿਰ ਉਹ ਕਹਿੰਦਾ ਉਹ ਉਧਰ ਖੜ ਜਾਂਦਾ, ਉਹ ਉਧਰ ਖੜ ਜਾਂਦਾ। ਜਿੰਨਾ ਚਿਰ ਇਹਦਾ ਫੋਕਸ ਇਹ ਨਹੀਂ ਹੋਏਗਾ ਕਿ ਦਲਿਤਾਂ ਦੇ ਉਦਾਰ ਦਾ ਮੁੱਦਾ ਜਾਂ ਪੰਜਾਬ ਨੂੰ ਬਚਾਉਣ ਦਾ ਮੁੱਦਾ ਜਾਂ ਪਿੰਡ ਨੂੰ ਬਚਾਉਣ ਦਾ ਮੁੱਦਾ ਜੇਕਰ ਸੈਂਟਰ ਸਟੇਜ 'ਚ ਲਿਆਉਣਾ ਹੈ ਤਾਂ ਸਮੁੱਚੇ ਸਮਾਜ ਦੇ ਮੁੱਦੇ ਤੇ ਲਿਆਉਣਾ ਪਏਗਾ। ਸਮੁੱਚੇ ਸਰਬੱਤ ਦੇ ਭਲੇ ਦੇ ਵਿੱਚ ਸਾਰਾ ਸਮਾਜ ਆਉਂਦਾ ਕਿ ਕੱਲਾ ਦਲਿਤ ਆਉਂਦਾ ਜਾਂ ਬਾਕੀ ਕੋਈ ਹੋਰ ਜੱਟ ਆਉਂਦਾ ਜਾਂ ਬਾਕੀ ਆਉਂਦਾ। ਔਰ ਜੇ ਬਰਾਬਰੀ ਦਾ ਜਿਹੜਾ ਸਵਾਲ ਹੈ, ਕਿਰਤ ਕਰੋ ਨਾਮ ਜਪੋ ਵੰਡ ਸਕੋ, ਉਹਦਾ ਵਿੱਚ ਸਾਰਾ ਸਮਾਜ ਆਉਂਦਾ ਕਿਉਂਕਿ ਇੱਕ ਵਰਗ ਆਉਂਦਾ। ਇੱਕ ਵਰਗ ਕੇਵਲ ਇਹ ਜਿਹੜਾ ਜ਼ਿਆਦਾ ਪਛੜ ਗਿਆ ਉਹਨੂੰ ਕਿਵੇਂ ਉਹਦੀ ਸਪੀਡ ਵਧਾ ਕੇ ਨਾਲ ਰਲਾਉਣਾ। ਇਸ ਕਰਕੇ ਇਹਨੂੰ ਸਮਾਜਿਕ ਮੁੱਦੇ ਦੇ ਤੌਰ ਤੇ ਸਿਆਸੀ ਮੁੱਦੇ ਦੇ ਤੌਰ ਤੇ ਸਮੁੱਚੇ ਸਮਾਜਿਕ ਦਾਇਰੇ 'ਚ ਰੱਖ ਕੇ ਜੇਕਰ ਫੋਕਸ ਕੀਤਾ ਜਾਊਗਾ ਫਿਰ ਤਾਂ ਕਿਸੇ ਦਾ ਭਲਾ ਹੋ ਸਕਦਾ ਹੈ। ਵਰਨਾ ਕੇਵਲ ਵੋਟ ਦੀ ਹਮਦਰਦੀ ਦੇ ਤੌਰ ਤੇ ਤੁਸੀਂ ਫੋਕਸ ਕਰਦੇ ਹੋ, ਫਿਰ ਦਲਿਤਾਂ ਦਾ ਭਲਾ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ ਜੀ, ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਜੀ, ਥੈਂਕ ਯੂ।